ਦਰਸ਼ਕੋ, ਤੁਹਾਡਾ ਪੰਜਾਬਨਾਮਾ ਸ਼ੋਅ ਦੇ ਵਿੱਚ ਸਵਾਗਤ ਹੈ। ਇਸ ਸ਼ੋਅ ਦੇ ਵਿੱਚ ਸਾਡੇ ਨਾਲ ਉੱਘੇ ਕਿਸਾਨ ਆਗੂ ਜਗਮੋਹਨ ਸਿੰਘ ਹਨ। ਉਹਨਾਂ ਨਾਲ ਗੱਲ ਕਰਾਂਗੇ ਕਿ ਤਿੰਨੇ ਕਾਲੇ ਖੇਤੀ ਕਾਨੂੰਨਾਂ ਨੂੰ ਅੱਜ 1 ਸਾਲ ਪੂਰਾ ਹੋ ਗਿਆ। ਅੱਜ ਦੇ ਦਿਨ ਲੋਕ ਸਭਾ ਨੇ ਤਿੰਨੇ ਇਹ ਕਾਨੂੰਨ ਪਾਸ ਕੀਤੇ ਸੀ ਤੇ ਉਸ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਨੇ ਅੰਦੋਲਨ ਸ਼ੁਰੂ ਕਰ ਦਿੱਤਾ ਸੀ। ਉਹਨਾਂ ਦਾ ਕਹਿਣਾ ਸੀ, ਉਹਨਾਂ ਦਾ ਤਰਕ ਸੀਗਾ ਕਿ ਤਿੰਨੇ ਖੇਤੀ ਕਾਨੂੰਨ ਕਿਸਾਨਾਂ ਦੀ ਹੋਂਦ ਲਈ ਵੱਡਾ ਖਤਰਾ ਨੇ, ਇਸ ਕਰਕੇ ਉਹਨਾਂ ਅੰਦੋਲਨ ਛੇੜ ਦਿੱਤਾ ਸੀ। ਉਸ ਸਮੇਂ ਕਰੋਨਾ ਕਾਲ ਆਪਣੇ ਪੂਰੇ ਜ਼ੋਰ ਸ਼ੋਰ ਨਾਲ ਫੈਲ ਰਿਹਾ ਸੀ ਭਾਰਤ ਦੇ ਵਿੱਚ, ਪਰ ਕਿਸਾਨਾਂ ਨੇ ਇਸ ਗੱਲ ਦੀ ਕੋਈ ਪਰਵਾਹ ਨਹੀਂ ਸੀ ਕੀਤੀ। ਉਹਨਾਂ ਨਾਲ ਅਸੀਂ ਗੱਲਬਾਤ ਕੀਤੀ ਵੀ ਤੁਹਾਨੂੰ ਕਰੋਨਾ ਤੋਂ ਡਰ ਨਹੀਂ ਲੱਗਦਾ? ਉਹ ਕਹਿੰਦੇ ਕਰੋਨਾ ਤੋਂ ਤਾਂ ਸ਼ਾਇਦ ਮਰੀਏ ਜਾਂ ਨਾ ਮਰੀਏ, ਇਹ ਖੇਤੀ ਕਾਨੂੰਨ ਸਾਨੂੰ ਜ਼ਰੂਰ ਮਾਰ ਦੇਣਗੇ ਤੇ ਇਸ ਕਰਕੇ ਅਸੀਂ ਲੜਦੇ ਹੋਏ ਮਰਨਾ ਬਿਹਤਰ ਸਮਝਦੇ ਹਾਂ, ਪਰ ਅਸੀਂ ਹੱਥ ਤੇ ਹੱਥ ਧਰ ਕੇ ਬੈਠ ਨਹੀਂ ਕਰ ਸਕਦੇ, ਚੁੱਪ ਨਹੀਂ ਰਵਾਂਗੇ। ਤੇ ਉਹਨਾਂ ਨੇ ਅੰਦੋਲਨ ਪੰਜਾਬ ਦੇ ਵਿੱਚ ਛੇੜ ਦਿੱਤਾ ਸੀ। ਇਹ ਅੰਦੋਲਨ ਪੰਜਾਬ ਤੋਂ ਹੁੰਦਾ ਹੋਇਆ ਹਰਿਆਣੇ ਦੇ ਵਿੱਚ ਤੇ ਪੂਰੇ ਉੱਤਰੀ ਭਾਰਤ ਦੇ ਵਿੱਚ ਤੇ ਫਿਰ ਦੇਸ਼ ਦੇ ਵਿੱਚ ਪੂਰੀ ਤਰ੍ਹਾਂ ਫੈਲ ਗਿਆ ਤੇ ਹੁਣ ਯੂਪੀ ਦੇ ਵਿੱਚ ਵੀ ਅੱਗੇ ਫੈਲਦਾ ਜਾ ਰਿਹਾ। ਤੇ ਇਹ ਕਾਨੂੰਨ ਇਸ ਜਿਹੜਾ ਅੰਦੋਲਨ ਚੱਲਦਿਆਂ ਮੇਰੇ ਖਿਆਲ 550 ਤੋਂ ਉੱਪਰ ਕਿਸਾਨ ਆਪਣੀਆਂ ਜਾਨਾਂ ਕੁਰਬਾਨ ਕਰ ਚੁੱਕੇ ਆ। ਤੇ ਅਸੀਂ ਜਗਮੋਹਨ ਹੋਣਾ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਜਗਮੋਹਨ ਜੀ, ਮੋਦੀ ਸਰਕਾਰ ਕਿਉਂ ਅਜੇ ਤੱਕ ਅੜਿੰਗ ਹੈ? ਕਿਉਂ ਨਹੀਂ ਉਹ ਖੇਤੀ ਕਾਨੂੰਨਾਂ ਦੇ ਬਾਰੇ ਗੱਲ ਕਰਨਾ ਚਾਹੁੰਦੀ? ਕਿਉਂ ਨਹੀਂ ਇਹਨਾਂ ਨੂੰ ਰਿਪੀਲ ਕਰਨਾ ਚਾਹੁੰਦੀ? ਖਤਮ ਕਿਉਂ ਨਹੀਂ ਕਰਨਾ ਚਾਹੁੰਦੀ? 22 ਜਨਵਰੀ ਤੋਂ ਬਾਅਦ ਗੱਲਬਾਤ ਨਹੀਂ ਅਜੇ ਤੱਕ ਹੋਈ। ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ, ਇਹ ਤਾਂ ਜਿਹੜੇ ਤੁਸੀਂ ਲਾਸਟ 2-3 ਸਵਾਲ ਕੀਤੇ ਨੇ, ਇਹਦਾ ਮੋਦੀ ਸਾਹਿਬ ਨੂੰ ਸਵਾਲ ਨੇ ਆਪਾਂ ਗੱਲਬਾਤ ਦੇ ਵਿੱਚ ਵਿਚਾਰ ਵਟਾਂਦਰੇ 'ਚ ਲੈ ਕੇ ਆਵਾਂਗੇ ਇਹਦੇ ਕੀ ਕਾਰਨ ਨੇ, ਕਿਵੇਂ ਆ। ਪਰ ਅੱਜ ਜਾਣੀ ਬਹੁਤ ਕਾਲਾ ਦਿਨ ਆ। ਮਤਲਬ ਬੇਸ਼ੱਕ ਇਹ ਕਾਨੂੰਨ ਜਾਣੀ ਪਾਰਲੀਮੈਂਟ 'ਚੋਂ ਪਾਸ ਹੋਇਆ ਨੂੰ 1 ਸਾਲ ਅੱਜ ਕਾਲਾ ਦਿਵਸ ਹੈ ਸਾਲ। ਔਰ ਪਾਰਲੀਮੈਂਟ 'ਚ ਜਿਸ ਪ੍ਰਕਿਰਿਆ ਨਾਲ ਇਹ ਪਾਸ ਹੋਇਆ ਸੀ, ਰਾਜ ਸਭਾ ਦੇ ਵਿੱਚ ਜਿਸ ਤਰ੍ਹਾਂ ਦੀ ਵੋਟਿੰਗ ਵੀ ਨਹੀਂ ਕਰਾਈ ਗਈ, ਉਹ ਵੀ ਪ੍ਰਕਿਰਿਆ ਸੀ, ਉਹ ਵੀ ਬੜੀ ਸ਼ੇਮਲੈਸ ਆ ਪਾਰਲੀਮੈਂਟ ਦੀ ਜਮਹੂਰੀਅਤ ਦੇ ਇਤਿਹਾਸ ਦੇ ਵਿੱਚ। ਇਸ ਲਈ ਅੱਜ ਦਾ ਬਰਸੀ ਹੈ ਜਿਹੜੀ ਇਹ ਪਾਰਲੀਮੈਂਟ 'ਚ ਪਾਸ ਹੋਏ ਕਾਨੂੰਨਾਂ ਦੀ, ਇਹਨੂੰ ਕਾਲੀ ਬਰਸੀ ਅਸੀਂ ਕਹਿੰਦੇ ਹਾਂ। ਜਿਹੜੀ ਸਾਰੇ ਕਿਸਾਨ ਜਥੇਬੰਦੀਆਂ ਵਾਲੇ ਔਰ ਸੰਯੁਕਤ ਮੋਰਚੇ ਵਾਲੇ, ਇਹਨੂੰ 1 ਸਾਲ ਹੋ ਗਿਆ ਪਾਰਲੀਮੈਂਟ 'ਚ ਪਾਸ ਹੋਏ ਨੂੰ। ਵੈਸੇ ਤਾਂ ਇਹਨੂੰ 1 ਸਾਲ ਕਿ 5-6 ਜੂਨ ਨੂੰ, ਉਹ ਤੋਂ ਪਹਿਲਾਂ ਵੀ ਜਿਹੜੀ ਇਹ ਕੋਈ 4 ਮਹੀਨੇ ਪਹਿਲਾਂ ਲਾਗੂ ਹੋ ਗਏ ਸਨ, ਜਦੋਂ ਆਰਡੀਨੈਂਸ ਹੀ ਰਾਸ਼ਟਰਪਤੀ ਨੇ ਜਾਰੀ ਕਰਤਾ। ਹਾਂ, ਜਿਸ ਦਿਨ ਆਰਡੀਨੈਂਸ ਜਾਰੀ ਸੀ ਉਸ ਤੋਂ ਨੈਕਸਟ ਡੇ ਪੰਜਾਬ ਦੇ ਕਿਸਾਨਾਂ ਦੀਆਂ ਜਥੇਬੰਦੀਆਂ ਨੇ ਜਥੇਬੰਦ ਰੂਪ ਦੇ ਵਿੱਚ ਇਹ ਮੋਦੀ ਦੀਆਂ ਅਰਥੀਆਂ ਛੱਡ ਕੇ ਜਾਂ ਬਾਅਦ ਕਾਨੂੰਨ ਜਦੋਂ ਵੈਬਸਾਈਟ ਤੇ ਆ ਗਏ, ਉਹਨਾਂ ਆਰਡੀਨੈਂਸ ਦੀਆਂ ਕਾਪੀਆਂ ਛੱਡ ਕੇ ਵਿਰੋਧ ਸ਼ੁਰੂ ਕਰਤਾ ਸੀ। ਇਹ ਲਈ ਸਾਡਾ ਵਿਰੋਧ ਤਾਂ 1.5 ਸਾਲ ਦੇ ਲਗਭਗ ਬਰਾਬਰ। ਟਰੈਕਟਰ ਲੈ ਕੇ ਸੜਕਾਂ ਤੇ ਨਿਕਲੇ ਸੀ ਉਦੋਂ। ਹਾਂ, ਟਰੈਕਟਰ ਮਾਰਚ ਵੀ ਕੀਤਾ ਗਿਆ, ਪੰਜਾਬ ਬੰਦ ਵੀ ਕੀਤਾ ਗਿਆ, ਕਈ ਕੁਛ ਹੋਇਆ। ਰੇਲ ਵੀ 1 ਮਹੀਨਾ ਕਈ ਦਿਨ ਤੱਕ ਸਾਰੇ ਪੰਜਾਬ 'ਚ ਠੱਪ ਕੀਤੀ ਗਈ। ਉਹ ਇੱਕ ਚਲੋ ਹਿਸਟਰੀ ਹੈ ਜਿਹੜੀ ਪੰਜਾਬ ਦੇ ਵਿੱਚ ਮੂਵਮੈਂਟ ਲੜੀ ਗਈ ਸੀ। ਉਹ ਤੋਂ ਬਾਅਦ ਸੈਂਟਰ ਗੌਰਮੈਂਟ ਨੇ ਸਾਨੂੰ ਮਤਲਬ ਟਾਈਮ ਦਿੱਤਾ ਮੀਟਿੰਗ ਦਾ। ਉਹ ਮੀਟਿੰਗਾਂ ਜਿਹੜੀਆਂ 1.5 ਮੀਟਿੰਗ ਹੋਈ, 1 ਪੂਰੀ ਹੋਈ, 1 ਅੱਧੀ ਹੋਈ, ਉਹਦੇ 'ਚ ਕੁਛ ਨਹੀਂ ਨਿਕਲਿਆ। ਫਿਰ ਅਸੀਂ ਐਲਾਨ ਕੀਤਾ ਕਿ ਦਿੱਲੀ ਨੂੰ 4 ਚੁਫੇਰੇ ਘੇਰਾਂਗੇ। ਤੇ 26 ਜਨਵਰੀ ਨੂੰ ਅਸੀਂ ਆਏ ਤੁਰੇ ਔਰ 27 ਜਨਵਰੀ ਨੂੰ ਇੱਥੇ ਪਹੁੰਚੇ। 27 ਨਵੰਬਰ ਨੂੰ ਤਾਂ ਉਸ ਤਰ੍ਹਾਂ ਜਿਹੜੀ ਕਹਿਣਾ ਹੈ ਚਾਹੁੰਦਾ ਵੀ ਇੰਨਾ ਲੰਮਾ ਸੰਘਰਸ਼, ਉਹ ਵੀ ਬੜੀ ਮਤਲਬ ਜਮਹੂਰੀ ਢੰਗ ਨਾਲ, ਉਹ ਵੀ ਇੱਕ ਮਤਲਬ ਸ਼ਾਂਤਮਈ, ਔਰ ਉਹਦੇ 'ਚ ਵੀ ਹਰ ਤਰ੍ਹਾਂ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਵੀ ਇਹਨੂੰ ਕਿਵੇਂ ਨਾ ਕਿਵੇਂ ਕਮਿਊਨਲ ਕਰਤਾ ਜਾਵੇ। ਇਹਨੂੰ ਖਾਲਿਸਤਾਨੀ ਕਿਹਾ ਗਿਆ, ਇਹਨੂੰ ਅੱਤਵਾਦੀ ਕਿਹਾ ਗਿਆ, ਇਹਨਾਂ ਨੂੰ ਮਾਓਵਾਦੀ ਕਿਹਾ ਗਿਆ, ਪਰ ਉਹ ਕੋਈ ਵੀ ਉਹਨਾਂ ਦਾ ਦਾਅ ਪੇਚ ਨਹੀਂ ਚੱਲਿਆ। ਹਾਰ ਕੇ 26 ਜਨਵਰੀ ਨੂੰ ਇਹਨਾਂ ਨੇ ਇਸ ਕਿਸਮ ਦੀ ਕੌਂਸਪੀਰੇਸੀ ਕਰਕੇ ਲਾਲ ਕਿਲ੍ਹੇ ਵਾਲਾ ਜੋ ਐਪੀਸੋਡ ਹੋਇਆ ਉਹਦੇ ਵੇਰਵੇ ਜ਼ਿਆਦਾ ਵੇਖਣ, ਸਾਡੇ ਸੰਘਰਸ਼ ਦੇ ਡੈਂਟ ਪਾਉਣ ਦੀ, ਚਿੰਬ ਪਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਅਸੀਂ ਮਤਲਬ ਧੰਨਵਾਦੀ ਹਾਂ ਸਮੁੱਚੀ ਲਕਾਈ ਦੇ ਦੁਨੀਆ ਭਰ ਦੇ, ਚਾਹੇ ਉਹ ਹਰਿਆਣੇ ਦੇ ਲੋਕ ਇੱਥੇ ਆ ਗਏ, ਚਾਹੇ ਯੂਪੀ ਦਾ ਡਕੈਤ ਉਹਨਾਂ ਆ ਗਈ। ਉਹ 26 ਜਨਵਰੀ ਤੋਂ ਦੌਰਾਨ ਜਿਹੜਾ ਚਿੱਬ ਪਿਆ ਸੀ ਉਹ ਚਿੱਬ ਕੱਢ ਲਿਆ, ਅੱਜ ਬਕਾਇਦਾ ਬਰਕਰਾਰ ਆ। ਔਰ ਇਹਨੂੰ ਮਤਲਬ ਸਰਬ ਵਿਸ਼ਵ ਪੱਧਰੀ ਇਸ ਵੇਲੇ ਸਪੋਰਟ ਆ ਔਰ ਸੰਘਰਸ਼ ਚੱਲ ਰਿਹਾ ਹੈ। ਇਹ ਸੰਘਰਸ਼ ਚੱਲ ਰਿਹਾ ਹੈ, ਪਰ ਸਰਕਾਰ ਦੀ ਕਾਨ ਤੇ ਜੂਨ ਸਰਕਦੀ ਇਹ ਗੱਲ ਨਹੀਂ। ਸਰਕਾਰ ਚਿੰਤਾ 'ਚ ਹੈ, ਸਰਕਾਰ 2 ਸਟੈਪ ਪਿੱਛੇ ਨੂੰ ਜਾ ਰਹੀ ਹੈ। ਇਹ ਸਪਸ਼ਟ ਆ ਔਰ ਘਬਰਾਈ ਵੀ ਹੋਈ ਆ। ਔਰ ਉਹਨੂੰ ਲੱਗਦਾ ਵੀ ਜਿਹੜੇ ਹੁਣ ਇਲੈਕਸ਼ਨ ਨੇ, ਖਾਸ ਤੌਰ ਯੂਪੀ ਨੂੰ ਲੱਗਦਾ ਕਿ ਜੇ ਸਾਡਾ ਯੂਪੀ ਮਿਸ਼ਨ ਜਿਹੜਾ ਹੈ, ਜਿਹੜੀ ਹੁਣ ਅਸੀਂ ਰੈਲੀ ਕਰਕੇ ਹਟੇ ਹਾਂ, ਉਸ ਰੈਲੀ ਤੋਂ ਬਾਅਦ ਮਰਦਾਬਾਦ ਰੈਲੀ ਤੋਂ ਬਾਅਦ ਤਾਂ ਇਹਨਾਂ ਨੂੰ ਲੱਗਦਾ ਕਿ ਬਹੁਤ ਵੱਡਾ ਸਪੋਰਟ ਵਾਲਾ ਮੁਹਿੰਮ ਆ ਤੇ ਇਸ ਮੁਹਿੰਮ ਦਾ ਕੁਛ ਨਾ ਕੁਛ ਕਰੀਏ। ਉਹਦੇ ਲਈ ਉਹਨਾਂ ਨੇ ਕੁਛ ਕੋਸ਼ਿਸ਼ਾਂ ਮਤਲਬ। ਇੱਥੇ ਮੈਂ ਤੁਹਾਨੂੰ 2 ਸਵਾਲ ਜਿਹੜੇ ਆ ਪੁੱਛਣਾ ਚਾਹੁੰਦਾ।
ਅੱਜ ਸ਼੍ਰੋਮਣੀ ਅਕਾਲੀ ਅੱਛਾ ਜੀ। ਦਲ ਨੇ ਇਹਨਾਂ ਤਿੰਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਕਾਲਾ ਦਿਨ ਮਨਾਇਆ, ਦਿੱਲੀ ਦੇ ਵਿੱਚ ਮੁਜ਼ਾਹਰਾ ਕੀਤਾ, ਉਹਨਾਂ ਦੇ ਕੁਝ ਆਗੂ ਗ੍ਰਿਫਤਾਰ ਵੀ ਹੋਏ ਆ। ਦੂਜੇ ਪਾਸੇ ਪੰਜਾਬ ਦੇ ਹਾਂਜੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰ ਸਰਕਾਰ ਨੂੰ ਕਿਹਾ ਵੀ ਤਿੰਨੇ ਖੇਤੀ ਕਾਨੂੰਨ ਵਾਪਸ ਲੈਣੇ ਚਾਹੀਦੇ। ਉਹਨਾਂ ਨੇ ਆਪਣੇ ਜਿਹੜਾ ਇੱਕ ਕਿਸਾਨਾਂ ਦੇ ਹਿੱਤ ਵਿੱਚ ਇੱਕ ਬਿੱਲਾ ਵੀ ਲਾਇਆ ਜਿਹਦੇ ਉੱਪਰ ਲਿਖਿਆ ਨੋ ਫਾਰਮਰ ਨੋ ਫੂਡ, ਮਤਲਬ ਇਹ ਉਹਨਾਂ ਨੇ ਲਾਇਆ ਤੇ ਕਿਸਾਨੀ ਦੇ ਅੰਦੋਲਨ ਦੀ ਹਮਾਇਤ ਕੀਤੀ ਹੈ। ਇਹ ਦੋਨਾਂ ਧਿਰਾਂ ਦੇ ਜਿਹੜੀਆਂ ਗੱਲਾਂ, ਦੋਨਾਂ ਧਿਰਾਂ ਦੇ ਐਕਸ਼ਨ ਜਿਹੜੇ ਆ, ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖੋ ਜੀ, ਪਹਿਲੇ ਗੱਲ ਆ ਜਿਹੜੀ ਰੂਲਿੰਗ ਪਾਰਟੀ ਸਰਕਾਰ ਆ ਜਾਂ ਦੂਜੀ ਹੈ, ਦੋ ਵੱਡੀਆਂ ਮੇਜਰ ਪਾਰਟੀਆਂ ਨੇ। ਆਪਾਂ ਆਮ ਆਦਮੀ ਪਾਰਟੀ ਛੁੱਟੀ ਨਹੀਂ ਕਵਾਂਗਾ ਤੁਹਾਡੇ ਸਾਹਮਣੇ, ਉਹ ਵੀ ਮੇਜਰ ਪਾਰਟੀ ਤੀਜੀ ਉਹ ਪਾਰਟੀ ਆ ਜਿਹੜੀ ਮਤਲਬ ਇਸ ਵੇਲੇ ਅਸੈਂਬਲੀ ਇਲੈਕਸ਼ਨ ਲਈ ਬੜੀ ਉਤਾਵਲੀ ਆ। ਤੇ ਅਸੈਂਬਲੀ ਇਲੈਕਸ਼ਨ ਬਹੁਤ ਨੇੜੇ ਨੇ, ਇਸ ਵੇਲੇ ਉਹਨਾਂ ਨੇ ਮਤਲਬ ਬਹੁਤ ਕੁਝ ਬਿੱਲੇ ਲਾਉਣੇ ਨੇ। ਇਹ ਤਾਂ ਇੱਕ ਛੋਟਾ ਬਿੱਲ ਵਾਲਾ ਤੋਂ ਵੱਡੇ ਬਿੱਲੇ ਵੀ ਲਾਉਣਗੇ, ਔਰ ਇੱਕ ਦਿਨ ਲਈ ਆਏ 2-4 ਦਿਨ ਲਈ ਵੀ ਆਉਣਗੇ। ਪਰ ਸਾਨੂੰ ਸਵਾਲ ਤਾਂ ਪੈਦਾ ਹੁੰਦਾ ਵੀ ਇੱਕ ਦਿਨ ਆਪਦੀਆਂ ਫੌਜਾਂ ਲਾਇਆ ਅਕਾਲੀ ਦਲ, ਸਾਨੂੰ 1 ਸਾਲ ਹੋ ਗਿਆ ਸੰਘਰਸ਼ ਲੜਦਿਆਂ ਨੂੰ, ਤਾਂ ਉਹਨੂੰ 1 ਸਾਲ ਪਹਿਲਾਂ ਤਾਂ ਉਹਨਾਂ ਨੇ ਸੰਘਰਸ਼ ਦੀ ਸਪੋਰਟ ਕੀਤੀ ਸੀ ਪਾਰਲੀਮੈਂਟ 'ਚ, ਉਹਨਾਂ ਨੇ ਪਾਸ ਕਰਨ ਦੇ ਵਿੱਚ ਹੱਕ 'ਚ ਵੋਟ ਪਾਈ, ਔਰ ਉਦੋਂ ਆਰਡੀਨੈਂਸ ਵੇਲੇ ਇਹਨਾਂ ਦੀ ਮਤਲਬ ਜੇ ਹਰਸਿਮਰਤ ਨੇ ਸਾਈਨ ਕੀਤੇ। ਉਹ ਠੀਕ ਹੈ, ਜਦੋਂ ਨਾ ਜ਼ਮੀਨ ਖਿਸਕਦੀ ਦਿਖੀ ਵੀ ਜੇ ਅਸੀਂ ਕਾਨੂੰਨਾਂ ਦੇ ਹੱਕ 'ਚ ਖੜਾ ਹੋਵਾਂਗੇ, ਇੰਨੇ ਮਤਲਬ ਗੈਰ ਮਨੁੱਖੀ ਨੇ, ਇੰਨੇ ਕਿਸਾਨ ਵਿਰੋਧੀ ਨੇ, ਸਾਡੀ ਆਪਣੇ ਹੀ ਕੇਡਰ ਸਾਡੇ ਥੱਲੇ ਨਿਕਲ ਜਾਣਾ, ਤਾਂ ਉਦੋਂ ਅਕਾਲੀ ਦਲ ਦੀ ਮਜਬੂਰੀ ਬਣ ਗਈ। ਪਰ ਇਹ ਇੱਕ ਬੜਾ ਵੱਡਾ ਸਵਾਲ ਮੈਂ ਲੋਕਾਂ ਦੇ ਸਾਹਮਣੇ ਇੱਕ ਜਾਨੀ ਸਵਾਲ ਨਹੀਂ, ਇੱਕ ਆਪਦੇ ਵੱਲੋਂ ਸਲੋਗਨ ਪੇਸ਼ ਕਰਨਾ ਚਾਹੁੰਦਾ। ਕਿੱਥੇ ਸੰਯੁਕਤ ਮੋਰਚੇ ਦੀ ਅਗਵਾਈ 'ਚ ਕਿਸਾਨਾਂ ਨੂੰ 1 ਸਾਲ ਹੋ ਗਿਆ, ਕਿੱਥੇ ਮਤਲਬ ਇੱਕ ਦਿਨ ਨਹੀਂ ਆਏ ਨੇ। ਜੇ ਆਏ ਸਨ ਹੁਣ 10-20 ਦਿਨ ਮਹੀਨਾ ਉੱਥੇ ਬੈਠਦੇ ਜੰਤਰ ਮੰਤਰ ਤੇ ਉਹਨਾਂ ਦੇ ਲੀਡਰ ਕੁਛ ਗ੍ਰਿਫਤਾਰ ਕਰ ਲਏ ਸਨ। ਐਡੀ ਵੱਡੀ ਜਨਤਾ ਹੋਰ ਮਗਰੋਂ ਸਪੋਰਟ ਤੇ ਆ ਜਾਂਦੀ ਆ। ਐਮਰਜੈਂਸੀ ਵੇਲੇ ਅਕਾਲੀ ਦਲ ਦੀ ਹਿਸਟਰੀ ਆ, ਬਲਕਿ ਉਹਨਾਂ ਨੇ 44 ਲਾ ਕੇ ਉਹਨਾਂ ਨੇ ਗ੍ਰਿਫਤਾਰ ਕੀਤੇ ਨੇ, 144 ਦਫਾ ਲਾ ਕੇ ਉਹਨਾਂ ਹਰ 4-5 ਭੇਜਦੇ ਨਹੀਂ ਸੀ, 4 ਭੇਜ ਕੇ ਗ੍ਰਿਫਤਾਰੀ ਦੇ ਜਾਂਦੇ ਸਨ। ਔਰ ਜਿੰਨਾ ਚਿਰ ਐਮਰਜੈਂਸੀ ਰਹੀ ਉਹ ਸਾਰਾ ਸਮਾਂ ਲੌਂਗੋਵਾਲ ਦੀ ਅਗਵਾਈ ਤੇ ਗ੍ਰਿਫਤਾਰੀਆਂ ਦਿੰਦੇ ਰਹੇ। ਉਹ ਕੋਈ ਡੈਮੋਕ੍ਰੈਟਿਕ ਹਿਸਟਰੀ ਹੈ ਅਕਾਲੀ ਦਲ ਦੀ, ਪਰ ਅਕਾਲੀ ਦਲ ਉਹ ਨਹੀਂ ਰਿਹਾ। ਤੇ ਸਿਰਫ ਆਪਦੇ ਵੋਟ ਬੈਂਕ ਜਿਹੜਾ 22 ਦੀ ਇਲੈਕਸ਼ਨਾਂ ਨੂੰ ਮੁੱਖ ਰੱਖ ਕੇ ਹੀ ਦੋਨੋਂ ਪੋਲੀਟੀਕਲ ਪਾਰਟੀਆਂ ਇਹ ਖੇਡ ਰਹੀਆਂ ਨੇ। ਨਹੀਂ, ਅੱਜ ਤਾਂ ਹਰਸਿਮਰਤ ਨੇ ਮਤਲਬ ਆਰਟੀਕਲ ਵੀ ਵੱਖ-ਵੱਖ ਅਖਬਾਰਾਂ 'ਚ ਲਿਖੇ ਜਿਨ੍ਹਾਂ 'ਚ ਉਹਨਾਂ ਨੇ ਕਿਹਾ ਵੀ ਇਹ ਖੇਤੀ ਕਾਨੂੰਨ ਬਿਲਕੁਲ ਜਿੰਨੀ ਜਲਦੀ ਹੋ ਸਕੇ ਖਤਮ ਹੋਣਾ ਚਾਹੀਦਾ, ਕੇਂਦਰ ਸਰਕਾਰ ਨੂੰ ਇਹ ਸੋਚਣਾ ਚਾਹੀਦਾ। ਤੇ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਕਿਸਾਨਾਂ ਦੇ ਹੱਕ ਦੇ ਵਿੱਚ ਆਪਣੇ ਜਿਹੜੇ ਛਾਤੀ ਤੇ ਬਿੱਲਾ ਲਾਇਆ, ਨੋ ਫਾਰਮਰ ਨੋ ਫੂਡ, ਤੇ ਉਹਨਾਂ ਨੇ ਕੇਂਦਰ ਸਰਕਾਰ ਨੂੰ ਕਿਹਾ ਵੀ ਇਹ ਖੇਤੀ ਕਾਨੂੰਨ ਰੱਦ ਕਰਨੇ ਚਾਹੀਦੇ, ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ। ਇਹਦੇ ਬਾਰੇ ਤੁਸੀਂ ਕਹਿੰਦੇ? ਦੇਖੋ ਜੀ, ਮੈਂ ਕੋਈ ਨਾ ਪੱਖੀ ਗੱਲ ਨਹੀਂ, ਇਹ ਜੋ ਕੁਛ ਹੋ ਰਿਹਾ ਹਾਂ ਪੱਖੀ ਕਹੂੰਗਾ, ਪਰ ਸਵਾਲ ਤਾਂ ਖੜਾ ਹੁੰਦਾ ਨਾ ਉਹਦੇ ਆਰਟੀਕਲ 'ਚ। ਹਰਸਿਮਰਤ ਕੌਰ ਬਾਦਲ ਦੇ ਮੈਂ ਦੇਖਦਾ ਰਿਹਾ ਵੀ ਕਿਤੇ ਨਾ ਕਿਤੇ ਸ਼ਾਇਦ ਉਹਨੇ ਕੋਡ ਕੀਤਾ ਹੋਵੇ ਵੀ ਜਦੋਂ ਮਿਨਿਸਟਰੀ ਮੀਟਿੰਗ ਹੋ ਰਹੀ ਸੀ ਉੱਥੇ ਵੀ ਮੈਂ ਡਿਸੈਂਟਾ ਨੋਟ ਕਰਾਇਆ ਸੀ, ਪਰ ਉਹ ਤਾਂ ਕੋਈ ਨਹੀਂ। ਉਹ ਤਾਂ ਇੱਕ ਸਮੇਂ ਮਤਲਬ ਫੇਸਬੁੱਕ ਦੇ ਵੱਡੇ ਬਾਦਲ ਸਾਹਿਬ ਨੂੰ ਜਿਹੜੇ 100 ਸਾਲ ਦੇ ਨੇੜੇ ਉਹਨਾਂ ਨੂੰ ਵੀ ਲਾਇਆ ਸਨ ਸਪੋਰਟ ਤੇ। ਇਸੇ ਕਰਕੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਇੱਕ ਵਿਲੱਖਣ ਗੱਲ ਕੀਤੀ ਅਸੈਂਬਲੀ ਦੇ ਵਿੱਚ। ਉਹ 115 117 115 ਜਾਂ 16 ਇੱਕ ਬੀਜੇਪੀ ਨੂੰ ਸੱਦ ਕੇ ਸਾਰੇ ਐਮਐਲਏ ਦੇ ਅੰਗੂਠੇ ਲਵਾ ਕੇ ਗਵਰਨਰ ਹਾਊਸ 'ਚ ਲੈ ਗਏ ਵੀ ਗਵਰਨਰ ਹਾਊਸ ਨੂੰ ਕਿਹਾ ਵੀ ਤੁਹਾਨੂੰ ਰਾਸ਼ਟਰਪਤੀ ਨੂੰ ਭੇਜ ਕੇ ਜਿਹੜਾ ਆਰਡੀਨੈਂਸ ਜਾਰੀ ਹੋਇਆ ਉਹ ਕੈਂਸਲ ਕੀਤਾ ਜਾਵੇ। ਤਾਂ ਉਹ ਇੱਕ ਹੈਗੀਆਂ ਨੇ ਵਿਲੱਖਣ ਗੱਲਾਂ, ਔਰ ਉਹਦੇ ਨਾਲ ਮਤਲਬ ਸਪੋਰਟ ਸਾਨੂੰ ਮਿਲੀ ਵੀ ਆ ਕੁਛ ਨਾ ਕੁਛ। ਉਹਦੇ ਲਈ ਅਸੀਂ ਉਹਨਾਂ ਦੇ ਮਤਲਬ ਧੰਨਵਾਦੀ ਵੀ ਆ, ਪਰ ਇਹਨਾਂ ਦਾ ਮੇਨ ਮਕਸਦ ਜਿਹੜਾ ਆਪਦਾ ਵੋਟ ਬੈਂਕ ਕਾਇਮ ਰੱਖਣਾ ਔਰ ਆਪਦੀ ਗੱਦੀ ਬਚਾਉਣਾ ਆ। ਇਹ ਨਹੀਂ ਆ ਵੀ ਇਹ ਕੋਈ ਉਹਨਾਂ ਜਿਹੜੀਆਂ ਵਿਸ਼ਵ ਵਪਾਰ ਸੰਸਥਾ ਦੀਆਂ ਜਿਹੜੀਆਂ ਮਤਲਬ ਕਾਰਪੋਰੇਟ ਘਰਾਣੇ ਦੀਆਂ, ਔਰ ਖਾਸ ਤੌਰ ਤੇ ਜਿਹੜੀ ਮਤਲਬ ਕਹੂੰਗਾ ਜੇ ਇਹਦੇ ਇਤਿਹਾਸ ਜਾਈਦਾ ਹੁਣ ਤਾਂ ਬਹੁਤ 10-12 ਕਿਤਾਬਾਂ ਲਿਖੀਆਂ ਚੁੱਕੀਆਂ ਨੇ। ਤੇ ਇਹ ਬਾਲੀ ਦੇ ਵਿੱਚ ਜਦੋਂ ਹੋਈ ਆ ਕਾਨਫਰੰਸ ਜਿਹਨਾਂ ਨੇ ਕਿਹਾ ਕਿ ਅਸੀਂ MSP ਬੰਦ ਕਰਾਂਗੇ, ਸਬਸਿਡੀਆਂ ਬੰਦ ਕਰਾਂਗੇ, ਉਹ ਕਮਲਨਾਥ ਕਾਂਗਰਸ ਦਾ ਮਿਨਿਸਟਰ ਸੀ ਕਮਰਸ ਜਿਹਨੇ ਸਾਈਨ ਕੀਤਾ। ਇਹਨੂੰ ਇੰਪਲੀਮੈਂਟ ਤੇਜ਼ੀ ਨਾਲ ਮੋਦੀ ਨੇ ਕੀਤਾ, ਮਨਮੋਹਨ ਸਿੰਘ ਜਿਹੜਾ ਹੌਲੀ-ਹੌਲੀ ਕਰ ਰਿਹਾ ਸੀ। ਪਰ ਇਹ ਦੋਨੋਂ ਪਾਰਟੀਆਂ ਦਾ ਖਾਸ ਤੌਰ ਤੇ ਜਿਹੜੀ ਬੀਜੇਪੀ ਔਰ ਬੀਜੇਪੀ ਦੇ ਅਲਾਈ ਜਿਹੜੇ ਅਕਾਲੀ ਸਨ ਜਾਂ ਕਾਂਗਰਸ ਆ, ਇਹ ਸਭ ਮੁਹਿੰਮ 'ਚ ਲੱਗੀਆਂ ਨੇ। ਇਹ ਇਸ ਕਿਸਮ ਦੀਆਂ ਪਾਲਿਸੀਆਂ ਲਿਆਉਣੀਆਂ ਚਾਹੁੰਦੀਆਂ ਨੇ ਜਿਹਦੇ ਨਾਲ ਮਤਲਬ ਛੋਟਾ ਦਰਮਿਆਨਾ ਕਿਸਾਨ ਜਿਹੜਾ ਉਹ ਤਬਾਹ ਹੋਵੇ, ਔਰ ਕਾਰਪੋਰੇਟ ਘਰਾਣੇ ਜਿਹੜੇ ਨੇ ਉਹਨਾਂ ਕੋਲ ਐਗਰੀਕਲਚਰ ਸੈਕਟਰ ਜਾਵੇ, ਔਰ ਸਾਰੀ ਐਗਰੀਕਲਚਰ ਖੇਤਰ ਦੇ ਉੱਤੇ ਹਰ ਪੱਖ ਤੋਂ ਉਹਨਾਂ ਦਾ ਕਬਜ਼ਾ ਹੋਵੇ। ਇਹ ਅੰਦਰੋਂ ਸਪੋਰਟ 'ਚ ਨੇ ਉਹਦੀ, ਮੇਰੀ ਸਾਡੀ ਇਹ ਅੰਡਰਸਟੈਂਡਿੰਗ। ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹਨੇ 27 ਤਰੀਕ ਦਾ ਭਾਰਤ ਬੰਦ ਦਾ ਸੱਦਾ ਦਿੱਤਾ ਹੈ, ਤੁਹਾਡਾ ਕੀ ਖਿਆਲ ਹੈ ਵੀ 27 ਤਰੀਕ ਦਾ ਬੰਦ ਹੈ ਉਹ ਕਿੰਨੇ ਸੂਬਿਆਂ 'ਚ ਹੋਏਗਾ, ਕਿੰਨੇ ਸੂਬਿਆਂ 'ਚੋਂ ਤੁਹਾਨੂੰ ਹਮਾਇਤ ਮਿਲ ਰਹੀ ਹੈ? ਕੀ ਉਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਦੱਸੋ।
ਸਭ ਤੋਂ ਪਹਿਲਾਂ ਤਾਂ ਤੁਸੀਂ ਜਰਨਲਿਸਟ ਜੇ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਆਪਦੀ ਜਥੇਬੰਦੀ ਵੱਲੋਂ ਵੀ, ਸੰਯੁਕਤ ਮੋਰਚੇ ਵੱਲੋਂ ਵੀ, ਕਿ ਜਰਨਲਿਸਟ ਐਸੋਸੀਏਸ਼ਨ ਜਿਹੜੀ ਪੰਜਾਬ ਤੇ ਚੰਡੀਗੜ੍ਹ ਦੀ ਆ ਉਹਨੇ ਸਪੋਰਟ ਕੀਤੀ ਆ। ਇਸ ਕਰਕੇ ਜਰਨਲਿਸਟਾਂ ਬਾਰੇ ਆਮ ਇਹ ਕਿਹਾ ਜਾਂਦਾ ਹੈ ਕਿ ਜਰਨਲਿਸਟਾਂ ਦਾ ਇੱਕ ਵੱਡਾ ਹਿੱਸਾ ਗੋਦੀ ਮੀਡੀਆ ਹੈ। ਜੇ ਜਰਨਲਿਸਟਾਂ ਦੀਆਂ ਐਸੋਸੀਏਸ਼ਨਾਂ ਸਟੇਟਾਂ ਦੀਆਂ ਸਾਡੀ ਸਪੋਰਟ ਕਰਨ ਲੱਗ ਪੈਣਗੀਆਂ ਤਾਂ ਖੇਤ ਮਜ਼ਦੂਰ ਤਾਂ ਸਾਡਾ ਹਿੱਸਾ ਨੇ। ਇੰਡਸਟਰੀਅਲ ਮਜ਼ਦੂਰਾਂ ਦੇ ਵਿਰੁੱਧ ਵੀ ਬਹੁਤ ਕਾਲੇ ਕਾਨੂੰਨ ਬਣ ਕੇ ਸਾਡੀਆਂ ਸਟੇਜਾਂ ਤੇ ਆਉਂਦੇ ਨੇ, ਅਸੀਂ ਉਹਨਾਂ ਦੀਆਂ ਸਟੇਜਾਂ ਤੇ ਜਾਂਦੇ ਹਾਂ। ਔਰ ਜੋ ਵੀ ਕਿਰਤ ਕਰਨ ਵਾਲਾ ਜਿਹੜੀ ਇਹ ਜਿਹੜਾ ਹੈਗਾ ਹੈ, ਮਤਲਬ ਇਹ ਆੜਤੀਆਂ ਤੋਂ ਲੈ ਕੇ ਛੋਟੇ ਦੁਕਾਨਦਾਰ ਰੇਹੜੀ ਵਾਲੇ ਤੱਕ ਹਰ ਕਿਸੇ ਦੇ ਅਸਰ ਕਰ ਰਿਹਾ ਇਹਨਾਂ ਕਾਨੂੰਨਾਂ ਨੇ। ਔਰ ਇਸ ਗੱਲ ਨੂੰ ਅਸੀਂ ਜਿਤਾ ਚੁੱਕੇ ਹਾਂ। ਸਾਡੇ ਉਹਨਾਂ ਦਾ ਵੀ ਧੰਨਵਾਦੀ ਹਾਂ। ਸਾਡੇ ਇਸ ਕਿਤੇ ਇਸ ਖਾਸ ਤੌਰ ਤੇ ਇਸ ਟੌਪਿਕ ਦੇ ਉੱਤੇ, ਇਸ ਵਿਸ਼ੇ ਉੱਤੇ ਜਿਹੜੇ ਬੁੱਧੀਜੀਵੀ ਨੇ, ਜਿਹੜੇ ਵਿਸ਼ਵ ਸੰਸਥਾ ਵਿਰੋਧੀ ਨੇ, ਬੀਜੇਪੀ ਦੇ ਤਾਨਾਸ਼ਾਹੀ ਜਾਂ ਕਈ ਲੋਕ ਇੱਥੋਂ ਤੱਕ ਪਹੁੰਚੇ ਹੋਏ ਨੇ ਫਾਸ਼ੀਵਾਦ ਜਿਹੜਾ ਚਿਹਰਾ ਉਹ ਨੰਗਾ ਕਰਨ ਲਈ ਹਰ ਵੇਲੇ ਤਤਪਰ ਰਹਿੰਦੇ, ਰਿਸਕ ਲੈਂਦੇ ਹੋਏ ਸਾਡੇ ਕੋਲ। ਦੇਖੋ ਅੱਜ ਸੋਨੀ ਸੂਦ ਦੇ ਘਰ 2 ਵਾਰੀ ਕੱਲ ਤੇ ਛਾਪਾ ਪੈ ਗਿਆ। ਉਹਨੇ ਇੱਕ ਉਦੋਂ ਜਦੋਂ ਕਰੋਨਾ ਪੀਰੀਅਡ ਦੇ ਵਿੱਚ ਕੁਝ ਮਦਦ ਕੀਤੀ ਸੀ ਗਰੀਬਾਂ ਦੀ, ਉਹਨਾਂ ਨੂੰ ਪਹੁੰਚਾਉਣ ਵਾਸਤੇ, ਜਾਂ ਉਹ ਕਿਸਾਨਾਂ ਦੇ ਹੱਕ 'ਚ ਕੋਈ ਦਿੱਤੀ ਵਾਸਤੇ। ਇਸੇ ਤਰ੍ਹਾਂ ਇੱਕ ਬਿਊਰੋਕਰੇਟ ਜਿਹੜਾ ISL ਲਿਖਦਾ ਅਖਬਾਰਾਂ 'ਚ, ਉਹਦੇ ਘਰ ED ਨੇ ਕੱਲ ਛਾਪਾ ਮਾਰਿਆ ਇੱਥੇ ਦਿੱਲੀ 'ਚ। ਇਸ ਕਰਕੇ ਉਹ ਫਿਰ ਵੀ ਲੋਕ ਜਿਹੜੇ ਇੰਨਾ ਪ੍ਰਚਾਰ ਤੇ ਪ੍ਰੋਪੇਗੈਂਡਾ ਕਰ ਚੁੱਕੇ ਨੇ ਕਿ 27 ਦਾ ਜਿਹੜਾ ਬੰਦ ਹੋਊਗਾ, ਮੈਨੂੰ ਤਾਂ ਇਹ ਲੱਗਦਾ ਕਿ ਮੈਂ 65 ਸਾਲ ਹੋ ਗਿਆ ਕਿ ਭਾਰਤ ਬੰਦ ਵਾਲਾ ਜਿਹੜਾ ਹੋਊਗਾ ਉਹ ਇੱਕ ਮਿਸਾਲੀ ਹੋਊਗਾ ਤੇ ਬਹੁਤ ਜ਼ਬਰਦਸਤ ਹੋਊਗਾ। ਮੈਨੂੰ ਲੱਗਦਾ ਜਗਮੋਹਨ ਜੀ ਜਿਹੜੇ ਇਸ ਅੰਦੋਲਨ ਨੂੰ ਜਿੰਨੀ ਵਿਆਪਕ ਸਪੋਰਟ ਮਿਲੀ ਆ, ਖੇਤ ਮਜ਼ਦੂਰ ਤੋਂ ਲੈ ਕੇ ਦੁਕਾਨਦਾਰ ਤੋਂ ਲੈ ਕੇ ਕਲਾਕਾਰਾਂ ਤੋਂ ਲੈ ਕੇ ਬੁੱਧੀਜੀਵੀਆਂ ਤੋਂ ਲੈ ਕੇ ਜਰਨਲਿਸਟਾਂ ਤੋਂ ਲੈ ਕੇ, ਮੇਰਾ ਖਿਆਲ ਕੋਈ ਐਸਾ ਖੇਤਰ ਨਹੀਂਗਾ ਜਿੱਥੋਂ ਇਸ ਅੰਦੋਲਨ ਨੂੰ ਹਮਾਇਤ ਨਹੀਂ ਮਿਲੀ। ਉਹ ਕੇਵਲ ਹਮਾਇਤ ਨਹੀਂ, ਤੇ ਉਹ ਲੋਕ ਤੁਹਾਡੇ ਇੱਥੇ ਆਏ ਵੀ ਆ, ਉਹਨਾਂ ਨੇ ਪੈਸੇ ਦੇ ਕੇ ਵੀ ਮਦਦ ਕੀਤੀ, ਹਰ ਤਰੀਕੇ ਨਾਲ ਮਦਦ ਕੀਤੀ ਆ। ਇੰਡੀਅਨ ਜਰਨਲਿਸਟ ਯੂਨੀਅਨ ਨੇ ਇਹਦੀ ਅੰਦੋਲਨ ਦੀ ਹਮਾਇਤ ਕੀਤੀ। ਉਹਨੇ ਨਾਲ ਹੀ ਆਪਣੇ ਸਟੇਟਾਂ ਨੂੰ ਕਿਹਾ, ਜਿਹੜੀਆਂ ਅਫੀਲੀਏਟਡ ਜਥੇਬੰਦੀਆਂ ਨੇ ਜਿਵੇਂ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ, ਉਹਨੂੰ ਵੀ ਕਿਹਾ ਕਿ ਸਾਰੇ ਜਿਹੜੇ ਸਾਨੂੰ 27 ਦੇ ਬੰਦ ਦੀ ਹਮਾਇਤ ਕਰਨੀ ਚਾਹੀਦੀ। ਉਸ ਤੋਂ ਇਲਾਵਾ ਦੇਸ਼ ਦੀਆਂ 10 ਜਿਹੜੀਆਂ ਨੈਸ਼ਨਲ ਟ੍ਰੇਡ ਯੂਨੀਅਨ ਉਹਨਾਂ ਨੇ ਵੀ 27 ਦੇ ਬੰਦ ਦੀ ਹਮਾਇਤ ਕੀਤੀ ਹੈ। ਮੇਰੇ ਖਿਆਲ ਬਹੁਤ ਵਿਆਪਕ ਹਮਾਇਤ ਜਿਹੜੀ ਹੈ ਇਸ ਅੰਦੋਲਨ ਨੂੰ ਮਿਲੀ ਹੈ। ਉਹਦੇ ਵਿੱਚ 2 ਗੱਲਾਂ ਜਿਹੜੀਆਂ ਹੋਈਆਂ, ਇੱਕ 5 ਸਤੰਬਰ ਨੂੰ ਜਿਹੜੀ ਮੁਜ਼ੱਫਰਨਗਰ ਦੀ ਰੈਲੀ ਹੈ, ਮਹਾਂ ਪੰਚਾਇਤ ਹੈ, ਉਹ ਤੋਂ ਬਾਅਦ ਹਰਿਆਣੇ ਦੇ ਵਿੱਚ ਕਰਨਾਲ ਦੇ ਵਿੱਚ ਜਿੱਤ ਹਾਸਲ ਹੋਣਾ, ਇਹ 2 ਵੱਡੇ ਮੇਰੇ ਖਿਆਲ ਗੱਲਾਂ ਹੋਈਆਂ। ਤੇ ਇਹ ਸਾਰੀਆਂ ਦਾ ਇੰਪੈਕਟ ਜਿਹੜਾ 27 ਦਾ ਤੁਹਾਡਾ 27 ਸਤੰਬਰ ਦਾ ਬੰਦ ਆ, ਉਹਦੇ ਤੇ ਵੀ ਮੇਰਾ ਖਿਆਲ ਅਸਰ ਪੈਂਦਾ ਜਾਪਦਾ ਹੈ। ਤੁਹਾਡੇ ਬਹੁਤ ਪੱਖੀ ਅਸਰ ਪਿਆ। ਔਰ ਤੁਸੀਂ ਜਿਵੇਂ ਗਿਣਤੀ ਕੀਤੀ ਆ, ਬਹੁਤ ਇੰਟੈਲੈਕਚੁਅਲ ਜਰਨਲਿਸਟ ਜੇ, ਮੈਂ ਤਾਂ ਗਾਹ ਜਾਂਦਾ ਵੀ 7-8 ਤਾਂ ਸਰਕਾਰਾਂ ਦੀਆਂ ਜਿਹੜੀਆਂ ਪਾਰਲੀਮੈਂਟਾਂ ਨੇ, ਉਹ ਪਾਰਲੀਮੈਂਟਾਂ ਦੇ ਵਿੱਚ ਆਪੋਜੀਸ਼ਨ ਨੇ ਜਾਂ ਪ੍ਰੋ ਗੌਰਮੈਂਟ MPs ਨੇ ਇਹ ਮਸਲਾ ਰੱਖਿਆ ਔਰ ਨਿਖੇਧੀ ਕੀਤੀ ਹੈ। ਔਰ ਡੀਓ ਲੈਟਰ ਜਿਵੇਂ ਕਹਿੰਦੇ ਹੁੰਦੇ ਵੀ ਇੱਕ ਚਿੱਠੀਆਂ ਲਿਖੀਆਂ ਨੇ ਭਾਰਤ ਸਰਕਾਰ ਨੂੰ। ਔਰ ਭਾਰਤ ਸਰਕਾਰ ਦਾ ਮਤਲਬ ਜਿਹੜਾ ਸਕੋਰ ਆ ਉਹ ਮਤਲਬ ਬਹੁਤ ਜ਼ਿਆਦਾ ਥੱਲੇ ਆਇਆ ਕ੍ਰੈਡੀਬਿਲਿਟੀ ਦਾ ਇਸ ਸੰਯੁਕਤ ਕਿਸਾਨ ਮੋਰਚੇ ਦੇ ਸੰਘਰਸ਼ ਲੜ ਕਰਕੇ। ਇਹਦਾ ਇਹ ਰਵੱਈਆ ਇੰਨਾ ਮਤਲਬ ਗੈਰ ਜਮਹੂਰੀ ਆ, ਇੰਨਾ ਹੋਰ ਤਾਂ ਗੱਲ ਛੱਡੋ। ਮਤਲਬ ਇਹਨਾਂ ਨੇ ਬਹੁਤ ਸਾਰੀਆਂ ਆਪਦੇ ਸੰਸਥਾਵਾਂ ਦਾ ਭਗਵਾਪਣ ਕੀਤਾ। ਸੁਪਰੀਮ ਕੋਰਟ ਦੇ ਵੀ ਮਤਲਬ ਇਸ ਗੱਲ ਦੀ ਹਮਾਇਤ ਕਰਦੇ ਆ ਔਰ ਉਸਦੇ ਧੰਨਵਾਦੀ ਵੀ ਆ। ਉਹਨੇ ਕਿਹਾ ਵੀ ਇਹਨਾਂ ਨੇ ਡੈਮੋਕ੍ਰੇਟਿਕ ਰਾਈਟ ਹੈ ਆ ਕੇ ਸੜਕ ਦੇ ਉੱਤੇ ਮੁਜ਼ਾਹਰਾ ਕਰਨਾ, ਧਰਨਾ ਦੇਣਾ। ਔਰ ਜੇ ਤੁਸੀਂ ਸੜਕ ਦੇ ਅੱਗੇ ਰੋਕ ਲਾ ਦੋਗੇ ਤਾਂ ਫਿਰ ਉੱਥੇ ਬੈਠਣਗੇ, ਹੋਰ ਕਿੱਥੇ ਜਾਣਗੇ। ਸੁਪਰੀਮ ਕੋਰਟ ਵੀ ਸਾਡੇ ਹੱਕ 'ਚ ਕੀਤੀ ਆ। ਇਸ ਕਰਕੇ ਉਹਨਾਂ ਸੰਸਥਾਵਾਂ ਦਾ, ਉਹਨਾਂ ਸਾਰਿਆਂ ਦਾ ਅਸੀਂ ਤਹਿ ਦਿਲੋਂ ਧੰਨਵਾਦੀ ਹਾਂ। ਔਰ ਸਾਨੂੰ ਇਹ ਲੱਗਦਾ ਵੀ ਜਿਹੜੀ ਅਸੀਂ ਲਗਾਤਾਰਤਾ ਇਹਦੇ 'ਚ ਰੱਖਣ 'ਚ ਕਾਮਯਾਬ ਰਹੇ ਹਾਂ, ਸਾਰਿਆਂ ਦੀ ਮਦਦ ਸਦਕਾ, ਸਾਰਿਆਂ ਦੀ ਸਪੋਰਟ ਸਦਕਾ। ਔਰ ਉਹ ਜਿਹੜੀ ਲਗਾਤਾਰਤਾ ਹੈ ਉਹਦਾ ਜਿਹੜੇ ਇਸ ਰੈਲੀ ਜਿਹੜੀ UP 'ਚ ਹੋਈ ਆ, ਉਹਨੇ ਹੋਰ ਜਦੋਂ ਦਿਖਾਇਆ ਵੀ ਇਹ ਕਿਸਾਨ ਇੰਨੇ ਜ਼ਿਆਦਾ ਅਜੇ ਵੀ ਐਕਟਿਵ ਨੇ। ਉਦੋਂ ਬਾਅਦ ਹੁਣ ਰੀਸੈਂਟ 3-4 ਦਿਨ ਪਹਿਲਾਂ ਲਖਨਊ ਹੋਈ ਆ, ਪਰਸੋਂ ਜੈਪੁਰ ਹੋਈ ਆ, ਹੁਣ ਛੱਤੀਸਗੜ੍ਹ 'ਚ ਆ। ਇਸ ਤਰ੍ਹਾਂ ਮਤਲਬ ਸੱਸੇ ਹੋਈ ਆ। ਉਹ ਮਹਾਂ ਪੰਚਾਇਤਾਂ ਵੀ ਘੱਟ ਮਹਾਂ ਪੰਚਾਇਤਾਂ ਨਹੀਂ, ਸਿਰਫ ਬਹੁਤ ਵੱਡੀਆਂ ਮਹਾਂ ਪੰਚਾਇਤਾਂ ਹੋਈਆਂ ਨੇ। ਇਹਨਾਂ ਸੂਬਿਆਂ 'ਚ ਰਿਸਪੌਂਸ ਮਿਲਣ ਤੋਂ ਬਾਅਦ ਸਾਨੂੰ ਮਤਲਬ ਪੂਰੀ ਆਸ ਆ। ਔਰ ਇਸ ਭੱਜ ਨੱਠ 'ਚ 27-26 ਰਾਤ ਤੱਕ ਭੱਜ ਨੱਠ 'ਚ ਰਵਾਂਗੇ ਕਿ 27 ਦਾ ਜਿਹੜਾ ਹੈਗਾ ਉਹ ਇਹਨਾਂ ਨੂੰ ਚੰਗਾ ਸਬਕ ਸਿਖਾਵੇ। ਉਹਦੀ ਰੈਲੀ ਸੀ ਇੱਕ ਸ਼ਹਿਰ ਦੇ ਵਿੱਚ, ਉਸ ਨਾਲੋਂ ਵੱਡਾ ਮਤਲਬ ਜਿਹੜਾ ਵਿਰੋਧ ਪ੍ਰਦਰਸ਼ਨ ਆ ਉਹ ਇਸ ਬੰਦ ਦੌਰਾਨ ਹਰ ਸ਼ਹਿਰ ਵਿੱਚ ਹੋਵੇ, ਭਾਰਤ ਦੇ ਹਰ ਸ਼ਹਿਰ ਵਿੱਚ ਹੋਵੇ, ਅਸਾਮ ਤੋਂ ਲੈ ਕੇ ਸ਼੍ਰੀਨਗਰ ਤੱਕ, ਕੰਨਿਆ ਕੁਮਾਰੀ ਤੋਂ ਲੈ ਕੇ ਸ਼੍ਰੀਨਗਰ ਤੱਕ। ਔਰ ਹਰ ਕੋਈ ਗੁਜਰਾਤ ਹੈ ਚਾਹੇ ਕਿਵੇਂ ਇਹਦਾ ਆਪਦਾ ਸੂਬਾ, ਉੱਥੇ ਵੀ ਦੇਖੋ ਇਹਨਾਂ ਨੂੰ ਮੁੱਖ ਮੰਤਰੀ ਬਦਲਣਾ ਪਿਆ ਉੱਥੇ, ਉਹ ਵੀ ਸਾਨੂੰ ਲੱਗਦਾ ਵੀ
ਸਾਡੇ ਸੰਯੁਕਤ ਮੋਰਚੇ ਦੀ ਸਰਗਰਮੀ ਸਦਕੇ ਇਹਨਾਂ ਨੂੰ ਮੌਕੇ ਦੇ ਕੇ ਮੁੱਖ ਮੰਤਰੀ ਬਣਨਾ। ਜਗਮੋਹਨ ਜੀ, ਇਹਦੇ ਨਾਲ ਹੀ ਤੁਹਾਨੂੰ ਕਿੰਨੇ ਸੂਬਿਆਂ 'ਚ ਲੱਗਦਾ ਵੀ ਜਿਹੜਾ ਬੰਦ ਹੋਏਗਾ, ਜਾਂ ਕਿੰਨੇ ਸੂਬਿਆਂ 'ਚ ਤੁਸੀਂ ਰੈਲੀਆਂ ਕਰ ਚੁੱਕੇ ਹੋ? ਅਸੀਂ ਹੁਣ 11-12 ਸੂਬੇ 'ਚ ਰੈਲੀਆਂ ਕਰ ਚੁੱਕੇ ਹਾਂ ਜੀ। ਤਾਂ 11-12 ਸੂਬੇ 'ਚ ਰੈਲੀਆਂ ਕਰਨ ਦਾ ਮਤਲਬ ਇਹ ਨਹੀਂਗਾ ਵੀ ਸਾਨੂੰ ਜਾਣੀ ਅਸਾਮ ਤੋਂ ਜਾਂ ਸ਼੍ਰੀਨਗਰ ਤੋਂ ਕਾਲ ਨਹੀਂ ਆ ਰਹੀ, ਉੱਥੋਂ ਵੀ ਆ ਰਹੀ ਆ। ਸਾਡੀ ਇੱਕ ਲਿਮਿਟੇਸ਼ਨ ਜਾਂ ਜਿਹੜੀ ਟਾਈਮ ਦੀ ਜਿਹੜੀ ਆ ਪ੍ਰੋਪਰ ਯੂਜ਼ ਸੀਨੀਅਰ ਲੀਡਰਸ਼ਿਪ ਦੀ ਉਹ ਡਿਮਾਂਡ ਹੁੰਦੀ ਆ, ਉਹ ਜਾਣੀ ਹੋ ਸਕੇ ਇਸ ਢੰਗ ਨਾਲ ਅਸੀਂ ਰੈਲੀਆਂ ਕਰ ਰਹੇ ਹਾਂ। ਅੰਸ਼ਕ ਤਾਂ ਮਤਲਬ ਇਹ ਅਸੀਂ ਕਹਿੰਦੇ ਨੇ 100% ਸੂਬੇ 'ਚ ਹੋਊਗਾ, ਚਾਹੇ ਤ੍ਰਿਪੁਰਾ ਚਾਹੇ ਮਿਜ਼ੋਰਮ ਹੈ। ਤੇ ਜਦੋਂ ਫੁੱਲ ਨੌਰਥ ਪਿਛਲੇ ਦਿਨੀ ਜਿਹੜਾ ਸੇਬਾਂ ਦੇ ਮਾਮਲੇ ਨੂੰ ਲੈ ਕੇ ਹਿਮਾਚਲ ਪ੍ਰਦੇਸ਼ ਦੇ ਕਿਸਾਨ ਵੀ ਸੜਕਾਂ ਤੇ ਨਿਕਲੇ ਆ, ਉਹ ਹਿਮਾਚਲ ਪ੍ਰਦੇਸ਼ ਦੇ ਜਿਹੜੇ ਕਿਸਾਨ ਆ ਸੜਕਾਂ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਦੇਖਦੇ ਕਿ ਜੀ ਸਾਡੇ ਨਾਲ ਤਾਂ ਲਿੰਕ 'ਚ ਨੇ, ਉਹਨਾਂ ਨਾਲ ਕੋਆਰਡੀਨੇਸ਼ਨ ਕਰ ਲਈ ਅਸੀਂ ਔਰ ਉਹਨੂੰ ਸੰਯੁਕਤ ਮੋਰਚੇ ਦਾ ਪਾਰਟਨਰ ਬਣਾਵਾਂਗੇ। ਉਹ ਵੀ ਕਿਸਾਨ ਨੇ ਹਿਮਾਚਲ ਵਾਲੇ, ਉਹਨਾਂ ਨੂੰ ਕਹਾਂਗੇ ਤੁਸੀਂ, ਉਹਨਾਂ ਨੇ ਉਹ ਤਾਂ ਇੱਕ MSP ਵੀ ਮੰਗਦੇ ਨੇ, ਉਹਨਾਂ ਨੂੰ MSP ਮਿਲੇ, ਉਹਨਾਂ ਦਾ ਬਹੁਤ ਬੁਰੀ ਤਰ੍ਹਾਂ ਫਰੂਟ ਰੋਲ ਦਾ। ਤੋ ਉਹਨਾਂ ਦੀ ਮੰਗ ਤੇ ਸਾਡੀ ਮੰਗ ਜਦੋਂ ਵੇਖਿਆ, ਉਹ ਵੀ ਕਿਸਾਨ ਨੇ, ਉਹ ਵੀ ਕਿਸਾਨ ਨੇ, ਉਹ ਸੰਯੁਕਤ ਮੋਰਚੇ ਦਾ ਹਿੱਸਾ ਹੀ ਨੇ। ਇੱਕ ਜਗਮੋਹਨ ਜੀ ਵੱਖਰਾ ਸਵਾਲ ਹੈ ਇਹਦੇ ਤੇ, ਇੱਕ ਤੁਹਾਡੇ ਨੇਤਾ ਨੇ ਗੁਰਨਾਮ ਸਿੰਘ ਚਡੂਨੀ, ਉਹ ਮਿਸ਼ਨ ਪੰਜਾਬ ਲੈ ਕੇ ਕੱਲ ਅੰਮ੍ਰਿਤਸਰ ਵਾਲੇ ਏਰੀਏ 'ਚ ਆਏ ਸੀ। ਉਸ ਤੋਂ ਪਹਿਲਾਂ ਉਹ ਮੁਕਤਸਰ ਵੀ ਗਏ ਆ, ਕੁਝ ਹੋਰ ਪਾਸੇ ਵੀ ਗਏ ਆ। ਉਹਨਾਂ ਦੇ ਮਿਸ਼ਨ ਨੂੰ ਸੰਯੁਕਤ ਕਿਸਾਨ ਮੋਰਚਾ ਕਿਵੇਂ ਸਮਝਦਾ ਹੈ? ਕੀ ਉਹਨਾਂ ਨੂੰ ਇਹ, ਕਿਉਂਕਿ ਪਹਿਲਾਂ ਵੀ ਇੱਕ ਵਾਰੀ ਉਹਨਾਂ ਨੂੰ ਹਫ਼ਤੇ 10 ਦਿਨਾਂ ਲਈ ਸਸਪੈਂਡ ਕਰ ਦਿੱਤਾ ਗਿਆ ਹੈ, ਉਹਨਾਂ ਦੇ ਜਿਹੜੀ ਵਿਚਾਰ ਆ ਉਹ ਕਹਿੰਦੇ ਵੀ ਮੈਂ ਤਾਂ ਆਪਣੇ ਵਿਚਾਰ ਰੱਖੂੰਗਾ, ਸੰਯੁਕਤ ਮੋਰਚਾ ਉਹਨੂੰ ਕਿਵੇਂ ਦੇਖਦਾ ਹੈ? ਦੇਖੋ ਬਲਵਿੰਦਰ ਸਿੰਘ ਜੰਮੂ ਜੀ, ਜਿੰਨਾ ਤੁਹਾਨੂੰ ਮੈਂ ਜਾਣਦਾ, ਮੈਨੂੰ ਇਹ ਤੁਹਾਨੂੰ ਕਹਿਣ ਦੀ ਲੋੜ ਨਹੀਂ ਗੀ ਵੀ ਤੁਸੀਂ ਮਤਲਬ ਆਪਦੀ ਨੌਜਵਾਨੀ ਤੋਂ ਲੈ ਕੇ ਹੁਣ ਤੱਕ ਜਿਹੜੀ ਜਮਹੂਰੀ ਸੰਘਰਸ਼ੀਲ ਜਥੇਬੰਦੀਆਂ 'ਚ ਕੰਮ ਕਰਦੇ ਆ ਰਹੇ ਨੇ। ਤੇ ਜਮਹੂਰੀ ਸੰਘਰਸ਼ੀਲ ਜਥੇਬੰਦੀਆਂ ਦੇ ਵਿੱਚ ਵਿਚਾਰਾਂ ਦੀ ਏਕਤਾ ਦੀ ਬੇਹੱਦ ਲੋੜ ਹੁੰਦੀ ਆ। ਵਿਚਾਰਾਂ ਦੀ ਏਕਤਾ ਦੀ ਲੋੜ ਹੁੰਦੀ ਹੈ ਵੀ ਤੁਸੀਂ ਕਿਸੇ ਇਸ਼ੂ ਨੂੰ ਬਹੁਤ ਡਿਟੇਲ 'ਚ ਡਿਸਕਸ ਕਰ ਲਓ ਤੇ ਕਿਸੇ ਕੰਸੈਂਸਸ ਤੇ ਪਹੁੰਚ ਜਾਓ ਵੀ ਇੱਕ ਆਮ ਸਹਿਮਤੀ ਹੋ ਜੇ। ਉਹ ਅਸੀਂ ਹਮੇਸ਼ਾ ਹੀ ਸੰਯੁਕਤ ਕਿਸਾਨ ਮੋਰਚੇ 'ਚ ਵੀ ਤੇ 32 ਕਿਸਾਨ ਜਥੇਬੰਦੀਆਂ 'ਚ ਵੀ, ਇਵੇਂ 19 ਜਥੇਬੰਦੀਆਂ ਹਰਿਆਣੇ ਦੀਆਂ ਉਹਨਾਂ ਦੀਆਂ ਵੀ, ਇਵੇਂ 12-13 ਜਥੇਬੰਦੀਆਂ UP ਦੀਆਂ ਵੀ, ਉਹਨਾਂ ਦੀਆਂ ਅਲੱਗ-ਅਲੱਗ ਮੀਟਿੰਗਾਂ 'ਚ ਹਮੇਸ਼ਾ ਇਹੀ ਹੁੰਦਾ ਵੀ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਹਰ ਇਸ਼ੂ ਤੇ ਕੰਸੈਂਸਸ ਪਹੁੰਚੀਏ। ਪਰ ਇਹ ਵੀ ਯਾਨੀ ਇੱਕ ਪ੍ਰਤੱਖ ਆ ਔਰ ਅਸੀਂ ਕਰਦੇ ਵੀ ਆ ਤੇ ਕਰਦੇ ਰਵਾਂਗੇ ਵੀ ਕਿ ਜੇ ਕਿਤੇ ਬਹੁਤ ਜ਼ਿਆਦਾ ਗੱਲ ਅੜ ਜਾਂਦੀ ਆ ਤਾਂ ਉੱਥੇ ਮੈਜੋਰਟੀ ਦੀ ਗੱਲ ਹੋਈ ਤੇ ਜੋ ਮੈਜੋਰਟੀ ਨੇ ਪਾਸ ਕੀਤਾ ਹੁੰਦਾ ਉਹਨੂੰ ਮੈਜੋਰਟੀ ਨੂੰ ਬਹੁਤ ਰਿਸਪੈਕਟ ਨਾਲ ਲਾਗੂ ਕਰਨਾ ਚਾਹੀਦਾ। ਔਰ ਮੈਜੋਰਟੀ ਨੂੰ ਪਾਸ ਕਰਨ ਲੱਗਿਆ ਮਿਨੋਰਟੀ ਦਾ ਜਿਹੜਾ ਵਿਊ ਪੁਆਇੰਟ ਉਹ ਮੈਕਸਿਮਮ ਐਡਜਸਟ ਕਰਨਾ ਚਾਹੀਦਾ। ਇਹ ਸਾਡੇ ਆਗੂਆਂ 'ਚ ਇਸ ਕਿਸਮ ਦੀ ਯੋਗਤਾ ਹੈਗੀ ਹੈ। ਜਿਵੇਂ ਕਿ ਹੁਣ ਮੈਂ 65 ਆ, ਪਰ ਜੋ ਕਾਲਜ 'ਚ ਐਡਮਿਸ਼ਨ ਲਈ ਸੀ ਫਸਟ ਈਅਰ ਹੀ ਮੋਗਾ ਐਜੀਟੇਸ਼ਨ ਵੇਲੇ ਉਦੋਂ ਦੇ ਐਜੀਟੇਸ਼ਨਾਂ 'ਚ ਆ। ਇਸ ਕਰਕੇ ਸਾਡੇ ਕਾਫੀ ਲੀਡਰ ਜਿਹੜੇ ਨੇ ਕਾਫੀ ਐਕਸਪੀਰੀਅੰਸ ਵਾਲੇ ਨੇ, ਤਜਰਬੇ ਵਾਲੇ ਨੇ ਔਰ ਬਹੁਤ ਵਧੀਆ ਢੰਗਾਂ ਚਲਾ ਰਹੇ ਨੇ। ਪਰ ਹੁਣ ਜੇ ਕੋਈ ਇੱਕ ਜਥੇਬੰਦੀ ਮਤਲਬ 327 ਜਥੇਬੰਦੀਆਂ ਵਿੱਚੋਂ ਉਹਦਾ ਕੋਈ ਇੱਕ ਆਗੂ ਮਤਲਬ ਇਸ ਗੱਲ ਨੂੰ ਮੰਨਣ ਨੂੰ ਤਿਆਰ ਨਹੀਂ, ਉਹਦੇ ਲਈ ਕੀ ਹੁੰਦਾ ਹੈ, ਵੱਧ ਤੋਂ ਵੱਧ ਡਿਸਪਲਿਨਰੀ ਕਾਰਵਾਈ ਹੁੰਦੀ ਹੈ। ਉਹ ਅਸੀਂ ਕਰਕੇ ਦੇਖ ਲਈ, ਉਹਨੂੰ ਮਤਲਬ ਸਸਪੈਂਡ ਵੀ ਕਰਕੇ ਦੇਖ ਲਿਆ ਇਸੇ ਮਸਲੇ ਤੇ, ਜਿਹੜੇ ਮਸਲੇ ਤੁਸੀਂ ਗੱਲ ਕਰ ਰਹੇ ਜੇ। ਉਹ ਫਿਰ ਵੀ ਨਾ ਮੰਨੂ ਵਾਲਾ ਔਰ ਉਹਨੇ ਜਾ ਕੇ ਤਰਨਤਾਰਨ ਜਾ ਕੇ ਫਿਰ ਗੱਲ ਛੇੜ ਦਿੱਤੀ, ਜਦੋਂ ਕਿ ਉਹ ਪੰਜਾਬ ਦਾ ਨਿਵਾਸੀ ਵੀ ਨੀਗਾ, ਹਰਿਆਣੇ ਦਾ ਰਹਿਣ ਵਾਲਾ, ਉੱਥੋਂ ਦੀਆਂ ਚੋਣਾਂ ਦੀ ਗੱਲ ਕਰਦਾ ਤੇ ਪੰਜਾਬ ਮਿਸ਼ਨ ਦੀ ਗੱਲ ਕਰਦਾ। ਇਹ ਸੰਯੁਕਤ ਮੋਰਚਾ ਕੋਈ ਪ੍ਰੋਗਰਾਮ ਨਹੀਂ, ਉਹਦਾ ਵਿਅਕਤੀਗਤ ਹੈ। ਇਹ ਮੈਂ ਕਹਿੰਦਾ ਵੀ ਉਹਨੇ ਗਲਤ ਕੀਤਾ, ਪਰ ਸਮੁੱਚੇ ਤੌਰ ਤੇ ਉਹ ਜਿਹੜੀ ਉਹਨੇ ਗਲਤੀ ਕੀਤੀ ਆ ਉਹਦੇ ਲਈ ਕੀ ਟਿੱਪਣੀ ਕਰਨੀ ਹੈ ਸੰਯੁਕਤ ਮੋਰਚੇ ਦੀ ਮੀਟਿੰਗ ਤੋਂ ਬਾਅਦ ਹੀ ਕੀਤੀ ਜਾਊਗੀ, ਪਰ ਕੀਤੀ ਉਹਨੇ ਗਲਤੀ ਹੈ। ਜਗਮੋਹਨ ਜੀ, ਇੱਕ ਹੋਰ ਸਵਾਲ ਆ, ਮੋਰਚਾ 9.5 ਮਹੀਨੇ ਤੋਂ ਲੰਮਾ ਹੋ ਗਿਆ ਹੈ। ਕੁਝ ਕਈ ਵਾਰੀ ਇਹਦੇ ਲੰਮੇ ਮਤਲਬ ਇਹ ਤਾਂ ਸਫਲਤਾਪੂਰਵਕ ਅਜੇ ਚੱਲ ਰਿਹਾ, ਕੁਝ ਲੋਕਾਂ 'ਚ ਨਿਰਾਸ਼ਾ ਆਉਣੀ ਸ਼ੁਰੂ ਹੋ ਜਾਂਦੀ ਹੈ। ਕੀ ਕਿਹੋ ਜਿਹਾ ਕਿਸਾਨਾਂ ਨੇ ਕੋਈ ਸੰਕੇਤ ਹੈ ਵੀ ਉਹ ਹੋਰ ਉਤਸ਼ਾਹ ਜਾਂ ਕਿਹੜੀਆਂ ਕਲਾਂ ਦੇ ਵਿੱਚ ਹੈ, ਕੋਈ ਢਹਿੰਦੀਆਂ ਕਲਾਂ ਤਾਂ ਨਹੀਂ? ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਦੇਖੋ ਤੁਸੀਂ ਪਹਿਲਾਂ ਜਦੋਂ ਆਪਣੇ ਅੱਜ ਦੇ ਵਿਚਾਰ ਚਰਚਾ ਦੀ ਭੂਮਿਕਾ ਬਣੀ ਉਦੋਂ ਹੀ ਦੱਸਤਾ ਵੀ ਉਹਨਾਂ ਨੇ ਕਰੋਨਾ ਦੀ ਪਰਵਾਹ ਨਹੀਂ ਕੀਤੀ। ਕਰੋਨਾ ਦੀ ਪਰਵਾਹ ਨਹੀਂ ਕੀਤੀ ਤਾਂ ਵੀ ਉਹਨਾਂ ਨਾਲ ਕਹਿੰਦੇ ਕਰੋਨਾ ਨਾਲ ਤਾਂ ਜੇ ਹੋ ਜੂਗਾ ਸ਼ਾਇਦ ਬਚ ਗਏ, ਤਾਂ ਜੇ ਸਾਡੇ ਕਾਨੂੰਨ ਲਾਗੂ ਹੋਏ ਫਿਰ ਤਾਂ ਮਰਾਂਗੇ। ਇਹਦੀ ਨਿਰਾਸ਼ਾ ਕੀ ਹੁੰਦੀ ਹੈ? ਡਿਪਰੈਸ਼ਨ ਤੋਂ ਬਾਅਦ ਬੰਦਾ ਕੀ ਕਹਿੰਦਾ, ਸੁਸਾਈਡ ਕਰਨ ਵਾਲੇ ਪਾਸੇ ਜਾਂਦਾ ਜਾਂ ਮਤਲਬ ਸੰਘਰਸ਼ ਵਾਲੇ ਪਾਸੇ ਤੋਂ ਹਟਦਾ। ਨਿਰਾਸ਼ ਕਿਉਂ ਹੋਊਗਾ ਜਦੋਂ ਜੇ ਲਗਾਤਾਰ ਉਹਨਾਂ ਦੀਆਂ ਮੀਟਿੰਗਾਂ, ਸਕੂਲਿੰਗ, ਹਰ ਰੋਜ਼ ਸਾਡੀ ਸਟੇਜਾਂ ਚੱਲਦੀਆਂ ਨੇ, 5 ਸਟੇਜਾਂ ਦਿੱਲੀ ਦੇ ਆਲੇ ਦੁਆਲੇ ਕੰਟੀਨਿਊ ਚੱਲਦੀਆਂ ਨੇ, 6-6 8-8 ਘੰਟੇ। ਉੱਥੇ ਸਾਡੇ ਸਾਰੇ ਜਿਹੜੇ ਸਿਆਣੇ ਤੋਂ ਸਿਆਣੇ ਹੋਰ ਬੰਦੇ ਜਿਹੜੇ ਸਾਡੀ ਸਪੋਰਟ ਕਰਨ ਵਾਲੇ, ਇਕਨੋਮਿਸਟ, ਸਾਹਿਤਕਾਰ, ਗੀਤਕਾਰ, ਉਹ ਵੀ ਆਉਂਦੇ ਨੇ। ਅਸੀਂ ਆਪ ਕਿਸਾਨ ਆਗੂ ਤੇ ਜਾਣਾ ਹੀ ਜਾਣਾ ਹੁੰਦਾ।
ਉਸ ਰੋਜ਼ ਇਹੀ ਗੱਲ ਹੁੰਦੀ ਆ, ਇਹ ਤੋਂ ਬਿਨਾਂ ਆਪਣਾ ਗੁਜ਼ਾਰਾ ਹੀ ਨਹੀਂ, ਫਿਰ ਆਪਣੀ ਹੋਂਦ ਹੀ ਖਤਮ ਆ। ਇਸ ਲਈ ਇਹ ਇਸ ਗੱਲ ਇਸ ਥੋੜਾ ਉਤਾਰ ਚੜਾ ਮਤਲਬ ਮੌਸਮ ਅਨੁਸਾਰ ਔਰ ਕੰਮਕਾਰ ਜਿਵੇਂ ਕਿ ਹੁਣ ਗਾਂ ਝੋਨਾ ਜੀਰੀ ਵੱਢਣੀ ਆ, ਫਿਰ ਕਣਕ ਬੀਜਣੀ ਆ, ਉਹਦੇ ਨਾਲ ਪਰਸੈਂਟੇਜ ਘੱਟ ਸਕਦੀ ਆ, ਪਰ ਕੁਆਲਿਟੀ ਪੱਖੋਂ ਲੋਕੀ ਦੀ ਜਿਹੜੀ ਸੋਚ ਆ ਅੱਗੇ ਮਜ਼ਬੂਤ ਹੋਈ ਆ ਕਿ ਅਸੀਂ ਜਿਹੜਾ ਘੋਲ ਜਿੱਤਣਾ ਔਰ ਸਨਮਾਨਜਨਕ ਜਿਹੜੀ ਢੰਗ ਨਾਲ ਜਿੱਤ ਕੇ ਹੀ ਘਰਾਂ ਨੂੰ ਜਾਣਾ। ਔਰ ਇਹ ਮਤਲਬ ਬੇਲ ਜਬੋ ਜੀ ਜਾਣੀ ਅਸੀਂ ਜਦੋਂ ਮੇਨ ਮੁੱਖ ਬੰਦੇ ਵੀ ਸੋਚਦੇ ਹਾਂ ਕਿ ਜਦੋਂ ਕਿਸੇ ਨੂੰ ਆਵਾਜ਼ ਮਾਰੀ ਹੈ ਵੀ ਸਾਨੂੰ ਆ 4 ਚੀਜ਼ਾਂ ਭੇਜੋ ਤਾਂ ਉਹਨੇ 16 ਭੇਜੀਆਂ ਨੇ, ਤਾਂ ਜਿਹਨੂੰ ਕਿਹਾ ਵੀ 50 ਬੰਦੇ ਭੇਜੇ, ਉਹਨਾਂ ਨੇ 100 ਬੰਦੇ ਭੇਜੇ ਨੇ, ਤਾਂ ਸਾਡੇ ਸਿਰ ਦੇ ਉੱਤੇ ਬਹੁਤ ਸਾਡੇ ਤੋਂ ਇੰਨਾ ਜ਼ਿਆਦਾ ਅਹਿਸਾਨ ਕਰਤਾ ਉਹਨਾਂ ਨੇ ਕਿ ਸਾਡਾ ਉਹ ਜਿਹੜਾ ਸਿਰ ਆ ਉਹ ਉਹਨਾਂ ਨੇ ਅਹਿਸਾਨਾਂ ਨਾਲ ਇੰਨਾ ਦੱਬਿਆ ਹੋਇਆ ਔਰ ਅਸੀਂ ਇੰਨਾ ਜ਼ਿਆਦਾ ਮਤਲਬ ਉਹਦੇ ਥੱਲੇ ਦੱਬੇ ਹੋਏ ਹਾਂ। ਇਹ ਸਾਡਾ ਇੱਕ ਫਰਜ਼ ਹੀ ਬਣ ਰਿਹਾ ਹੈ ਔਰ ਮੋਰਲ ਡਿਊਟੀ ਆ ਕਿ ਅਸੀਂ ਇਹ ਸੰਘਰਸ਼ ਜਿੱਤ ਕੇ ਘਰ ਜਾਈਏ। ਜਿਉਂਦੇ ਜੀ ਜਾਣ ਦਾ ਕੋਈ ਮਤਲਬ ਨਹੀਂ ਗਾ, ਜਿੰਨੇ ਲੋਕ ਲਗਾਤਾਰ ਸਪੋਰਟ ਦੇ ਵਿੱਚ ਹੱਕ 'ਚ ਨੇ ਵਿਸ਼ਵ ਭਰ ਤੇ, ਆਪਦੇ ਮੇਰੇ ਪਿੰਡ ਤੋਂ ਲੈ ਕੇ ਪਾਕਿਸਤਾਨ ਦੇ ਬਾਰਡਰ ਤੇ ਮੇਰਾ ਪਿੰਡ ਆ, ਅਮਰੀਕਾ ਤੱਕ ਦੇ ਲੋਕਾਂ ਦੀ ਜਿਹੜੀ ਸਪੋਰਟ ਮਿਲੀ ਸਾਨੂੰ ਜਾਂ ਹੋਰ ਸਾਰੀ ਦੁਨੀਆ ਦੇ ਲੋਕਾਂ ਨੂੰ ਮਿਲੀ, ਸਾਨੂੰ ਤਾਂ ਲੱਗਦਾ ਵੀ ਇਸ ਤੋਂ ਬੜਾ ਕੋਈ ਹੱਲ ਨਹੀਂ ਗਾ। ਔਰ ਸਾਡੀ ਹਰੇਕ ਐਕਟਿਵ ਕੇਡਰ ਨੂੰ ਇਹ ਪਤਾ ਲੱਗ ਗਿਆ ਕਿ ਇਹਨੂੰ ਜਿੱਤ ਕੇ ਜਾਣ ਤੋਂ ਬਿਨਾਂ ਹੋਰ ਕੋਈ ਹੱਲ ਨਹੀਂ ਹੈ। ਜਗਮੋਹਨ ਜੀ, ਇੱਕ ਲਾਸਟ ਸਵਾਲ ਮੈਂ ਕਰ ਰਿਹਾ। ਇੱਕ ਨੈਸ਼ਨਲ ਮਨੁੱਖੀ ਅਧਿਕਾਰ ਕਮਿਸ਼ਨ ਨੇ 4 ਸੂਬਿਆਂ ਦੀਆਂ ਸਰਕਾਰਾਂ ਨੂੰ ਨੋਟਿਸ ਭੇਜੇ ਆ ਵੀ ਇਹ ਰਸਤਾ ਨਾ ਖੁੱਲਣ ਕਰਕੇ ਲੋਕਾਂ ਨੂੰ ਪ੍ਰੋਬਲਮ ਆਉਂਦੀਆਂ, ਇੰਡਸਟਰੀ ਨੂੰ ਪ੍ਰੋਬਲਮ ਆ ਰਹੀ ਹੈ। ਉਸ ਨੋਟਿਸ ਨੂੰ ਤੁਸੀਂ ਕੀ ਦੇਖਦੇ ਹੋ ਕਿ ਉਹਨੇ ਕਦੇ ਇਸ ਗੱਲ ਤੇ ਮਨੁੱਖੀ ਅਧਿਕਾਰ ਕਮਿਸ਼ਨ ਨੇ ਕਦੇ ਚਿੰਤਾ ਨਹੀਂ ਕੀਤੀ ਵੀ ਇੰਨੇ ਕਿਸਾਨ ਜਿਹੜੇ ਆ ਇਸ ਸੰਘਰਸ਼ ਦਾ ਆਪਣੀਆਂ ਜਾਨਾਂ ਕੁਰਬਾਨ ਕਰ ਗਏ, ਹੁਣ ਉਹਨਾਂ ਨੇ ਅਚਾਨਕ ਇਸ ਪਾਸੇ ਵੱਲ ਨੂੰ ਕਿਉਂ ਤੁਰੇ? ਦੇਖੋ ਜੀ, ਜਵਾਬ ਤੁਸੀਂ ਆਪ ਹੀ ਦੇ ਗਏ ਵੀ ਉਹ ਚੱਲ ਕਿਉਂ ਤੁਰਿਆ। ਪਹਿਲਾਂ ਇੰਨੇ 600 ਤੋਂ ਕੁਛ ਨਹੀਂ, 500 ਕੁਛ ਗਏ, 600 ਤੋਂ ਉੱਪਰ ਹੋ ਗਈਆਂ ਨੇ ਡੈਥਾਂ। ਜਦੋਂ ਮਨੁੱਖ ਦੀ ਡੈਥ ਹੋ ਜਾਂਦੀ ਹੈ ਉਹਦੇ ਤੇ ਹਿਊਮਨ ਰਾਈਟਸ ਵਾਲਾ ਜਿਹੜਾ ਬੰਦਾ ਕੋਈ ਇੱਕ ਸ਼ਬਦ ਨਹੀਂ ਕਹਿੰਦਾ। ਇਸ ਤੋਂ ਵੱਡੀ ਦੁੱਖ ਦੀ ਗੱਲ ਕੀ ਹੋ ਰਹੀ ਹੈ? ਉਹੀ ਗੱਲ ਹੈ ਜੀ, ਚਾਹੇ ਈਡੀ ਆ, ਚਾਹੇ ਇਨਕਮ ਟੈਕਸ ਆ, ਚਾਹੇ CBI ਆ, ਉਹ ਵੀ ਹਿਊਮਨ ਰਾਈਟਸ ਹੈ, ਚਾਹੇ ਮਿਨੋਰਟੀ ਕਮਿਸ਼ਨ ਦਾ ਚੇਅਰਮੈਨ ਇੱਕ ਇਹੋ ਜਿਹੇ ਬੰਦੇ ਨੂੰ ਲਾਇਆ ਜਿਹਦੇ ਬਾਰੇ ਬਹੁਤ ਕੁਝ ਪਤਾ ਹੈ ਵੀ ਬਹੁਤ ਐਂਟੀ ਹਿਊਮਨ ਆ, ਮਿਨੋਰਟੀ ਕਮਿਸ਼ਨ 'ਚ ਜਾ ਕੇ ਮਿਨੋਰਟੀਜ਼ ਦਾ ਕੀ ਪੱਖ ਕਰੂਗਾ। ਇਸ ਲਈ ਇਸੇ ਤਰ੍ਹਾਂ ਹੀ ਹਿਊਮਨ ਰਾਈਟਸ ਕਮਿਸ਼ਨ ਵੀ ਉਸ ਭਗਵਾ ਕਰਨ ਇੰਸਟੀਟਿਊਸ਼ਨ ਦਾ BJP ਦੇ ਉਂਗਲਾਂ ਤੇ ਨੱਚਣ ਦੇ ਵਾਲੀ ਗੇਮ ਖੇਡੀ ਉਹਨੇ। ਇਹਦੀ ਜ਼ੋਰਦਾਰ ਨਿਖੇਧੀ ਕਰਦੇ ਹਾਂ ਔਰ ਘੱਟੋ ਘੱਟ ਹਿਊਮਨ ਰਾਈਟਸ ਕਮਿਸ਼ਨ ਵਰਗੇ ਨੂੰ ਇਹ ਗੱਲ ਨਹੀਂ ਸੀ ਕਰਨੀ ਚਾਹੀਦੀ। ਉਹਨਾਂ ਨੂੰ ਪਹਿਲਾਂ ਖੇਤ ਮਜ਼ਦੂਰਾਂ, ਕਿਸਾਨਾਂ ਦੇ ਹਿਊਮਨ ਰਾਈਟਸ ਔਰ ਜਿਹੜੇ ਕਿਸਾਨ ਵਿਛੜ ਗਏ ਇੱਥੋਂ ਉਹਨਾਂ ਦੇ ਹਿਊਮਨ ਰਾਈਟਸ ਦੀ ਗੱਲ ਕਰਦੇ ਹਾਂ। ਗਾਹ ਕੋ ਅੱਗੇ ਮਤਲਬ ਇੱਕ ਬਹੁਤ ਹੀ ਥਾਰੋਲੀ ਕੋਈ ਗੱਲ ਕਰਦੇ ਚੰਗੀ ਗੱਲ ਸੀ। ਇਕੱਲੀ ਗੱਲ ਕਰਕੇ ਉਹਨਾਂ ਨੇ ਆਪਦਾ ਇਮੇਜ ਹਿਊਮਨ ਰਾਈਟਸ ਕਮਿਸ਼ਨ ਨੇ ਖਰਾਬ ਹੀ ਕੀਤਾ। ਜਦੋਂ ਕਿ ਸੁਪਰੀਮ ਕੋਰਟ ਨੇ ਸਾਡੇ ਇਸ ਰਾਈਟ ਨੂੰ ਡੈਮੋਕ੍ਰੇਟਿਕ ਰਾਈਟਸ ਔਰ ਹਿਊਮਨ ਰਾਈਟਸ ਸਮਝ ਕੇ ਅਪਹੋਲਡ ਕੀਤਾ ਕਿ ਇੱਥੇ ਸੰਘਰਸ਼ ਕਰ ਸਕਦੇ ਨੇ, ਮੋਰਚਾ ਆ ਸਕਦੇ ਨੇ। ਹਿਊਮਨ ਰਾਈਟਸ ਕਮਿਸ਼ਨ ਜਿਹਦੇ ਕੋਲ ਕੋਈ ਜੁਡੀਸ਼ੀਅਲ ਪਾਵਰ ਨਹੀਂ, ਉਹਨੇ ਕਹਿ ਕੇ ਆਪਣਾ ਹੀ ਕ੍ਰੈਡੀਬਿਲਿਟੀ ਜਿਹੜੀ ਘਟਾਈ ਆ। ਅਫਸੋਸ ਹੈ ਸਾਨੂੰ ਇਸ ਗੱਲ ਤੇ। ਹਾਂਜੀ ਜਗਮੋਹਨ ਜੀ, ਸਾਡੇ ਸ਼ੋਅ ਜੋੜਨ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ।